ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ। ਤੁਹਾਨੂੰ ਪਤਾ ਹੈ ਕਿ ਇਲੈਕਸ਼ਨ ਦੇ ਵਿੱਚ ਸਿਰਫ ਹੁਣ ਇੱਕ ਹੀ ਦਿਨ ਬਚਿਆ ਹੈਗਾ। ਫਾਈਨਲ ਦਿਨ 24 ਤਰੀਕ ਨੂੰ 8 ਵਜੇ ਤੋਂ ਲੈ ਕੇ 8 ਵਜੇ ਤੱਕ ਵੋਟਾਂ ਪੈ ਰਹੀਆਂ ਨੇ। ਤੁਸੀਂ ਹੁਣ ਡਿਸਾਈਡ ਕਰਨਾ ਕਿ ਤੁਸੀਂ ਕਿਹੜੀ ਸਰਕਾਰ ਚੁਣਨੀ ਹੈ, ਕਿਸ ਨੂੰ ਵੋਟ ਪਾਉਣੀ ਹੈ। ਤੁਸੀਂ ਲਿਬਰਲਸ ਨੂੰ ਵੋਟ ਪਾਉਣੀ ਹੈ, ਤੁਸੀਂ NDP ਨੂੰ ਵੋਟ ਪਾਉਣੀ ਹੈ, ਜਾਂ ਤੁਸੀਂ ਗ੍ਰੀਨ ਪਾਰਟੀ ਨੂੰ ਵੋਟ ਪਾਉਣੀ ਹੈ। ਤੁਹਾਡਾ ਹੱਕ ਹੈ, ਪਰ ਅਸੀਂ ਤੁਹਾਡੇ ਤੱਕ ਇਨਫੋਰਮੇਸ਼ਨ ਪਹੁੰਚਾ ਰਹੇ ਹਾਂ ਕਿ ਕਿਹੜੀ ਪਾਰਟੀ ਕਿਸ ਤਰ੍ਹਾਂ ਕੈਂਪੇਨ ਰਨ ਕਰ ਰਹੀ ਹੈ, ਕਿਸ ਤਰ੍ਹਾਂ ਦੇ ਨਾਲ ਵਲੰਟੀਅਰਸ ਦੇ ਨਾਲ ਰਾਬਤਾ ਕਾਇਮ ਹੋ ਰਿਹਾ। ਤੇ ਅੱਜ ਅਸੀਂ NDP ਕੈਂਡੀਡੇਟ ਜਿਹੜੇ ਨੇ ਜਿਨੀ ਸਿਮਸ, ਉਹਨਾਂ ਦੇ ਆਫਿਸ ਦੇ ਵਿੱਚ ਪਹੁੰਚੇ ਹੋਏ ਹਾਂ, ਕੈਂਪੇਨ ਆਫਿਸ ਦੇ ਵਿੱਚ ਪਹੁੰਚੇ ਹੋਏ ਹਾਂ। ਆਓ ਜਿਨੀ ਦੇ ਨਾਲ ਗੱਲ ਕਰਦੇ ਹਾਂ ਤੇ ਦੇਖਦੇ ਹਾਂ ਕਿ ਉਹ ਕਿਸ ਤਰ੍ਹਾਂ ਤਿਆਰੀਆਂ ਕਰ ਰਹੇ ਨੇ ਵੋਟਾਂ ਦੀ। As you know, we having election on 24th of October ਤੇ ਦਿਨ ਜਿਹੜੇ ਹੈਗੇ ਨੇ ਬਹੁਤ ਥੋੜੇ ਰਹਿ ਗਏ ਨੇ, ਪਰ ਸਟਿਲ ਜਿਨ੍ਹਾਂ ਨੇ ਵੋਟ ਨਹੀਂ ਪਾਈ ਉਹਨਾਂ ਕੋਲ ਮੌਕਾ ਹੈਗਾ ਆ ਪਾਰਟੀਜ਼ ਦੇ ਪਲੇਟਫਾਰਮਸ ਨੂੰ ਜਾਣਨ ਦਾ, ਪਾਰਟੀਜ਼ ਨੂੰ ਜਾਣਨ ਦਾ ਅਜੇ ਵੀ ਮੌਕਾ ਹੈਗਾ ਕਿ ਤੁਸੀਂ ਜਾ ਕੇ ਆਪਣੀ ਵੋਟ ਪਾ ਸਕਦੇ ਹੋ। ਸਭ ਤੋਂ ਵੱਡੀ ਗੱਲ ਇਹੀ ਹੈ ਕਿ ਸਾਨੂੰ ਵੋਟ ਪਾਉਣ ਦਾ ਹੱਕ ਮਿਲਿਆ ਤੇ ਸਾਨੂੰ ਉਹ ਗਵਾਉਣਾ ਨਹੀਂ ਚਾਹੀਦਾ, ਵੋਟ ਜ਼ਰੂਰ ਪਾਉਣੀ ਚਾਹੀਦੀ ਹੈ। ਤੇ ਅੱਜ ਅਸੀਂ NDP ਕੈਂਡੀਡੇਟ ਜਿਹੜੇ ਹੈਗੇ ਉਹਨਾਂ ਨੂੰ ਮਿਲ ਰਹੇ ਹੈਗੇ ਤੇ ਉਹਨਾਂ ਦੇ ਵਿੱਚੋਂ ਇੱਕ ਨੇ ਜਿਨੀ ਸਿਮਸ। ਆ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਜਿਨੀ, ਸਵਾਗਤ ਹੈ ਜੀ। Thank you. So campaign किस तरह चल रही है? It's different this time. Campaign COVID style ਆ, ਨਵਾਂ ਨੋਮੋ ਤੇ ਠੀਕ ਚੱਲ ਰਹੀ ਆ। ਲੋਕਾਂ ਦੇ ਨਾਲ ਗੱਲਬਾਤ ਵੀ ਹੁੰਦੀ ਆ, ਫੋਨ ਤੇ ਹੁੰਦੀ ਆ। ਡੋਰ ਨੌਕਿੰਗ ਨਹੀਂ ਕਰ ਰਹੇ, ਲੀਫਲੇਟ ਡ੍ਰੌਪ ਤੇ ਜਾਂ ਫੋਨ ਤੇ ਟਾਈਮ ਪਾਸ ਹੁੰਦਾ ਹੈ। ਜੀ ਬਿਲਕੁਲ। ਤੇ ਨਾਲ ਨਾਲ ਹੁਣ ਜੇ ਅਸੀਂ ਗੱਲ ਕਰੀਏ ਕਿ ਸਰੀ ਪੈਨੋਰਾਮਾ ਦੀ, ਸਰੀ ਪੈਨੋਰਾਮਾ ਦੇ ਵਿੱਚ ਅਜੇ ਵੀ ਬਹੁਤ ਸਾਰੇ ਇਸ਼ੂਜ਼ ਨੇ, ਬਹੁਤ ਸਾਰੇ ਕੰਮ ਹੋਣ ਵਾਲੇ ਨੇ। ਤੁਹਾਡੇ ਮੁਤਾਬਿਕ ਤੁਸੀਂ ਕਿਹੜੇ ਕੰਮ ਅਜੇ ਵੀ ਕਰਨ ਜਾ ਰਹੇ ਹੋ ਤੇ ਨਾਲ ਨਾਲ ਕਿਹੜੀ ਤੁਸੀਂ ਚੀਜ਼ਾਂ ਨੂੰ ਐਡਰੈਸ ਕਰੋਗੇ ਜੇ ਤੁਸੀਂ MLA ਚੁਣੇ ਜਾਂਦੇ ਹੋ ਤਾਂ? ਇੱਕ ਤਾਂ ਸਕੂਲਾਂ ਦੀ, ਸਾਡੇ ਬਹੁਤ ਅਸੀਂ ਇੱਥੇ ਨਵੀਆਂ ਸੀਟਸ ਬਣਾਈਆਂ 8900। ਤੇ ਜਦੋਂ ਸਰੀ ਪੈਨੋਰਾਮਾ ਵਿੱਚ ਦੇਖੀਏ, ਬੇਸ਼ੱਕ ਦੀ ਸਲਵਨ ਹਾਈ ਸਕੂਲ ਹੋਵੇ, ਸਲਵਨ ਐਲੀਮੈਂਟਰੀ, ਪੈਨੋਰਾਮਾ ਐਲੀਮੈਂਟਰੀ, ਕੈਂਬਰਿਜ, ਗੋਲਡਸਟੋਨ, ਐਕਸਪੈਂਸ਼ਨ ਵੀ ਹੋਏ ਆ, ਨਵੇਂ ਸਕੂਲ ਵੀ ਬਣੇ ਆ, ਨਵੀਂ ਜ਼ਮੀਨ ਵੀ ਲੈ ਲਈ ਆ ਜਿੱਥੇ ਗਾਂ ਸਕੂਲ ਬਣਨਗੇ। ਸੋ ਇਸ ਕਰਕੇ 8900 ਸੀਟ ਬਣ ਤਾਂ ਗਈਆਂ ਆ, ਪਰ ਇਹ ਹਾਲੇ ਹੋਰ ਲੋੜ ਹੈਗੀ ਆ। ਇੱਕ ਜਿਹੜੀ ਸਾਡੇ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਕਲਾਸਰੂਮ ਦੇ ਵਿੱਚ ਇਨਵੈਸਟਮੈਂਟ ਕਾਫੀ ਚਾਹੀਦੀ ਆ, ਉਹ ਵੀ ਅਸੀਂ ਨਵੇਂ ਪਲੈਟਫਾਰਮ ਦੇ ਵਿੱਚ ਕਮਿਟਮੈਂਟ ਕੀਤੀ ਆ। ਚਾਈਲਡ ਕੇਅਰ ਸ਼ੁਰੂਆਤ ਕੀਤੀ ਆ। ਪਿਛਲੇ ਸਾਲਾਂ ਦੇ ਵਿੱਚ $9 ਮਿਲੀਅਨ ਪੇਰੈਂਟਸ ਦੀ ਜੇਬ ਵਿੱਚ ਵਾਪਸ ਗਿਆ ਕਿਉਂਕਿ ਉਹਨਾਂ ਨੂੰ ਚਾਈਲਡ ਕੇਅਰ ਸਬਸਿਡੀ ਮਿਲੀ। ਹਾਲੇ ਬਹੁਤ ਕੰਮ ਕਰਨ ਵਾਲਾ ਹੈ, ਬਹੁਤ ਕੁਛ ਕੀਤਾ ਆ। ਜਦੋਂ ਅਸੀਂ ਦੇਖ ਲਈਏ, ਟੋਲਸ ਵੀ ਚੱਲ ਗਏ, MSP ਪ੍ਰੀਮੀਅਮਸ ਵੀ ਚੱਲ ਗਏ ਆ, ਹਸਪਤਾਲ ਬਣ ਰਿਹਾ ਆ। ਪੂਰਾ ਨਹੀਂ ਹੋਇਆ ਪਰ ਪੂਰੀ ਤਰ੍ਹਾਂ ਵੀ ਜ਼ੋਰ ਨਾਲ ਕੰਮ ਹੋ ਰਿਹਾ ਆ। ਆਰਕੀਟੈਕਟ ਫਾਈਨਲ ਡਰਾਇੰਗਸ ਬਣਾ ਰਹੇ ਆ, ਇੰਜੀਨੀਅਰਿੰਗ ਹੋ ਹਟੀ ਆ ਤੇ ਹਸਪਤਾਲ ਵੀ ਬਣ ਜਾਣਾ ਆ। ਨਿਊ ਜਿਹੜੇ ਆਪਾਂ 2 ਖੋਲ੍ਹ ਲਏ ਆ ਪ੍ਰਾਇਮਰੀ ਕੇਅਰ ਯੂਨਿਟਸ, ਇੱਕ ਤਾਂ ਇਹਨੇ ਇੱਥੇ ਖੁੰਝੇ 'ਤੇ ਹੀ ਆ, ਉਹਦੀ ਵੀ ਬਹੁਤ ਖੁਸ਼ੀ ਆ। ਨਰਸ ਪ੍ਰੈਕਟੀਸ਼ਨਰ ਸੈਂਟਰਸ। ਪਰ ਜਦੋਂ ਮੈਂ ਆਉਣ ਵਾਲੇ ਦਿਨਾਂ ਦਾ ਸੋਚਦੀ ਹਾਂ, ਮੈਨੂੰ ਬਹੁਤ ਖੁਸ਼ੀ ਹੁੰਦੀ ਆ। ਇੱਕ ਤਾਂ ਨਾ ਜਿਹੜਾ ਵੀ ਐਲਾਨ ਕੀਤਾ ਗਿਆ ਵੀ ਆ ਸਾਊਥ ਏਸ਼ੀਅਨ ਹੈਰੀਟੇਜ ਮਿਊਜ਼ੀਅਮ, ਉਹਦੀ ਮੈਨੂੰ ਤਦ ਖੁਸ਼ੀ ਆ, ਮੈਂ ਟੀਚਰ ਵੀ ਰਹੀ ਹਾਂ, ਕਿਉਂਕਿ ਸਾਡੇ ਬੱਚਿਆਂ ਨੂੰ ਸਖਤ ਜ਼ਰੂਰਤ ਹੈਗੀ ਆ ਵੀ ਉਹਨਾਂ ਨੂੰ ਆਪਣੀ ਅਹਿਮੀਅਤ ਦਾ ਪਤਾ ਲੱਗੇ, ਆਪਣੀ ਹਿਸਟਰੀ ਦਾ ਪਤਾ ਲੱਗੇ ਵੀ ਉਹਨਾਂ ਦੇ ਬਜ਼ੁਰਗਾਂ ਨੇ ਜਿਹੜੇ ਪਹਿਲਾਂ ਇੱਥੋਂ ਆਏ ਸੀਗੇ ਇੰਡੀਅਨ ਸਬਕੌਂਟੀਨੈਂਟ ਤੋਂ, ਉਹਨਾਂ ਦੀ ਕੀ ਦੇਣ ਆ, ਉਹਨਾਂ ਦਾ ਕੀ ਹਿੱਸਾ ਸੀਗਾ, ਉਹਨਾਂ ਨੇ ਕੀ ਪ੍ਰਾਪਤੀਆਂ ਕੀਤੀਆਂ। ਪਰ ਸਿਰਫ ਨਹੀਂ ਵੀ ਕੱਲ੍ਹ ਕੀ ਪ੍ਰਾਪਤੀਆਂ ਕੀਤੀਆਂ, ਅੱਜ ਵਾਲੇ ਲੋਕ ਕੀ ਪ੍ਰਾਪਤੀਆਂ ਕਰ ਰਹੇ ਆ ਅਤੇ ਗਾਂ ਕੀ ਕਰਨ ਵਾਲੀਆਂ ਆ। ਉਹ ਸਾਊਥ ਏਸ਼ੀਅਨ ਮਿਊਜ਼ੀਅਮ ਦਾ ਬਹੁਤ ਮਾਣ ਹੋਊਗਾ। ਸਿਰਫ ਸਾਡੇ ਬੱਚਿਆਂ ਨੂੰ ਨਹੀਂ, ਬਾਕੀ ਕਮਿਊਨਿਟੀਆਂ ਨੂੰ ਵੀ ਪਤਾ ਲੱਗੂਗਾ ਵੀ ਸਾਊਥ ਏਸ਼ੀਅਨ ਜਿਹੜੇ ਲੋਕ ਹੈਗੇ ਆ, ਉਹ ਸਿਰਫ ਇੱਥੇ ਇਮੀਗਰੈਂਟਸ ਨਹੀਂ ਹੈਗੇ, ਇਸ ਸੂਬੇ ਦਾ ਪੱਕਾ ਹਿੱਸਾ ਆ, ਫਾਊਂਡੇਸ਼ਨ ਆ ਇਸ ਸੂਬੇ ਦਾ। ਉਹਦੀ ਵੀ ਮੈਨੂੰ ਬਹੁਤ ਖੁਸ਼ੀ ਹੁੰਦੀ ਆ। ਅਤੇ ਜਦੋਂ ਮੈਂ ਦੇਖਦੀ ਹਾਂ ਵੀ ਜਿਹੜਾ ਅਸੀਂ ਅਨਾਊਂਸ ਕਰ ਹਟੇ ਹਾਂ ਵੀ ਲੌਂਗ ਟਰਮ ਕੇਅਰ ਫੈਸਿਲਿਟੀ ਜਿਹੜਾ ਸਾਊਥ ਏਸ਼ੀਅਨ ਸਪੈਸੀਫਿਕ ਕਲਚਰਲੀ ਰਿਸਪੋਂਸਿਵ ਹੋਊਗੀ, ਉਹ ਵੀ $56 ਮਿਲੀਅਨ ਖਰਚ ਹੋਊਗਾ। ਅਤੇ ਜਦੋਂ ਅਸੀਂ ਆਪਣੇ ਬੱਚਿਆਂ ਦਾ ਦੇਖੀਦਾ ਆ, ਹਸਪਤਾਲ ਬਣ ਜਾਣਾ, ਉਹ ਬੇਸ਼ੱਕ ਦੀ ਆਪੋਜੀਸ਼ਨ ਜੋ ਕੁਛ ਮਰਜ਼ੀ ਕਵੇ, ਇਟਸ ਵੈਲ ਔਨ ਇਟਸ ਵੇ। ਪਰ ਹੁਣ ਜਿਹੜਾ ਐਲਾਨ ਕੀਤਾ ਉਹਦੀ ਵੀ ਬਹੁਤ ਖੁਸ਼ੀ ਹੋਈ ਕਿਉਂਕਿ ਸਾਨੂੰ ਪਤਾ ਡਾਕਟਰਸ ਦੀ ਸ਼ੋਰਟੇਜ ਹੈਗੀ ਆ। ਇਸ ਕਰਕੇ ਸੈਕੰਡ BC ਦਾ ਇੱਕੋ ਹੀ ਆ ਸਾਡੇ ਕੋਲ ਮੈਡੀਕਲ ਸਕੂਲ UBC ਵਿੱਚ, ਦੂਸਰਾ ਬਣੂਗਾ SFU ਸਰੀ ਦੇ ਕੈਂਪਸ ਦੇ ਵਿੱਚ। ਉਹਦੀ ਵੀ ਬਹੁਤ ਵੱਡੀ ਖੁਸ਼ੀ ਹੋ ਰਹੀ ਆ। ਅਤੇ ਦੇਖੋ ਹਾਲੇ ਜਦੋਂ ਅਸੀਂ ਸੋਚੀਏ 80% ਜਿਹੜੇ ਸਾਡਾ ਪਲੈਟਫਾਰਮ ਸੀਗਾ ਅਸੀਂ ਪੂਰਾ ਕਰ ਦਿੱਤਾ, 20% ਇਨ ਪ੍ਰੋਸੈਸ ਹੈਗਾ ਆ। ਇਸ ਕਰਕੇ ਮੈਂ ਸਾਰਿਆਂ ਦੇ ਮੂਹਰੇ ਇਹੀ ਕਹੂੰਗੀ, ਆਪਾਂ ਨੂੰ ਦੇਖਣਾ ਚਾਹੀਦਾ ਕਿਹੜੀ ਸਰਕਾਰ ਬਣੀ, ਕਿਹੜੇ ਵਾਅਦੇ ਕੀਤੇ ਸੀ, ਕਿਹੜੇ ਪੂਰੇ ਵੀ ਕਰ ਦਿੱਤੇ ਆ। ਅਤੇ ਹੁਣ ਜਿਹੜੇ ਗਾਂਹ ਵਾਅਦੇ ਆ, ਜਿਸ ਤਰ੍ਹਾਂ ਅਸੀਂ ਪਹਿਲੇ ਵਾਅਦੇ ਪੂਰੇ ਕੀਤੇ ਸੀ, ਇਹ ਵੀ ਉਸ ਤਰ੍ਹਾਂ ਹੀ ਪੂਰੇ ਕਰਾਂਗੇ ਅਤੇ ਸਾਰਿਆਂ ਦੇ ਸਾਥ ਦੇ ਨਾਲ। ਅਤੇ
मैं सारिਆਂ ਦਾ ਧੰਨਵਾਦ ਵੀ ਕਰਨਾ ਚਾਹੁੰਦੀ ਹਾਂ ਕਰਕੇ ਉਹਨਾਂ ਨੇ ਮੈਨੂੰ ਇਹ ਮੌਕਾ ਦਿੱਤਾ ਆ ਤੇ ਮੈਨੂੰ ਬਹੁਤ ਖੁਸ਼ੀ ਹੈਗੀ ਆ ਵੀ ਸਾਡੇ ਇੰਨੇ ਕੰਮ ਹੋ ਗਏ ਜਿੰਨੇ ਕੰਮ 3.5 ਸਾਲਾਂ ਵਿੱਚ ਹੋ ਗਏ ਆ 16 ਸਾਲ 'ਚ ਮੈਂ ਨਹੀਂ ਦੇਖੇ ਜਿੰਨੀ ਡਿਵੈਲਪਮੈਂਟ ਸਰੀ ਵਿੱਚ ਪਿਛਲੇ 3 ਸਾਲਾਂ ਵਿੱਚ ਹੋਈ ਆ ਪਹਿਲੇ 16 ਸਾਲਾਂ ਵਿੱਚ ਨਹੀਂ ਦੇਖੀ ਜੀ ਜਿਹਨੇ ਜਿੱਦਾਂ ਤੁਸੀਂ ਗੱਲ ਕੀਤੀ ਕਿ 3 ਸਾਲਾਂ ਦੇ ਵਿੱਚ ਇੰਨੀ ਡਿਵੈਲਪਮੈਂਟ ਹੋਈ ਹੈਗੀ ਆ ਹੁਣ ਆਉਣ ਵਾਲੇ ਸਾਲ ਜੇ 4 ਸਾਲ ਦੇ ਲਈ ਐਨਡੀਪੀ ਸਰਕਾਰ ਨੂੰ ਲੋਕ ਚੁਣਦੇ ਹੈਗੇ ਆ ਮੈਜੋਰਿਟੀ ਦੇ ਨਾਲ ਚੁਣਦੇ ਹੈਗੇ ਕਿ ਐਨਡੀਪੀ ਸਰਕਾਰ ਸਾਡੇ ਲਈ ਕੰਮ ਕਰੇ ਤਾਂ ਆਉਣ ਵਾਲੇ ਸਾਲਾਂ ਦੇ ਵਿੱਚ ਤੁਸੀਂ ਜਿਹੜੇ ਪ੍ਰੋਮਿਸ ਪਹਿਲਾਂ ਕੀਤੇ ਸੀ ਉਹ ਤਾਂ ਪੂਰੇ ਤੁਸੀਂ ਕਰਨ ਦਾ ਵਾਅਦਾ ਕਰ ਰਹੇ ਹੋ ਨਾਲ ਹੋਰ ਨਵੇਂ ਪ੍ਰੋਮਿਸਸ ਕਿਹੜੇ ਨੇ ਦੇਖੋ ਨਵੇਂ ਮੈਂ ਮੈਡੀਕਲ ਸਕੂਲ ਦਾ ਦੱਸ ਦਿੱਤਾ ਸਕਾਈ ਟ੍ਰੇਨ ਅੱਗੇ ਸਿਰਫ ਫਲੀਟਵੁੱਡ ਤੱਕ ਜਾਣੀ ਸੀਗੀ ਹੁਣ ਜਾਊਗੀ ਲੈਂਗਲੀ ਸਿਟੀ ਸੈਂਟਰ ਤੱਕ ਮਾਸੀ ਟਨਲ ਜਿਹੜੀ ਵੀ ਇਨ ਪ੍ਰੋਸੈਸ ਹੈਗੀ ਪਠਾਲੋ ਬ੍ਰਿਜ ਜਿਹੜੀ ਸ਼ੁਰੂ ਹੋ ਗਈ ਆ ਉਹ ਵੀ ਪੂਰੀ ਕਰਾਂਗੇ ਸਕੂਲ ਵੀ ਹੋਰ ਬਣਨਗੇ ਸਭ ਤੋਂ ਵੱਡੀ ਗੱਲ ਹੈਲਥ ਕੇਅਰ ਦੀ ਹੈਗੀ ਆ ਜਦੋਂ ਦੇਖੀਏ ਬਈ ਲਿਬਰਲ ਕਹਿੰਦੇ ਉਹਨਾਂ ਦੇ ਪਲੇਟਫਾਰਮ ਵਿੱਚ ਉਹਨਾਂ ਨੇ 1 ਬਿਲੀਅਨ ਡਾਲਰ ਕਿਹਾ ਵੀ ਉਹ ਹੈਲਥ ਕੇਅਰ ਵਿੱਚ ਇਨਵੈਸਟ ਕਰਨਗੇ ਸਾਡੀ ਸਰਕਾਰ ਨੇ ਇੰਨਾ ਕੁਛ ਕੀਤਾ ਪਿਛਲੇ 3 ਸਾਲਾਂ ਵਿੱਚ ਫਿਰ ਵੀ ਨਵਾਂ ਪੈਸਾ ਨਵੇਂ ਪਲੇਟਫਾਰਮ ਦੇ ਵਿੱਚ 2 ਤੋਂ ਉੱਪਰ ਬਿਲੀਅਨ ਡਾਲਰ ਹੈਗਾ ਆ ਸੋ ਪ੍ਰਾਇਓਰਿਟੀ ਹੈਲਥ ਕੇਅਰ 'ਤੇ ਹੀ ਰਹੂਗੀ ਸਪੈਸ਼ਲੀ ਕੋਵਿਡ-19 ਕਰਕੇ 7,000 ਕਹਿਣਾ ਸੌਖਾ ਆ ਐਡੀਸ਼ਨਲ ਕੰਮ ਹੈ ਜਿਹੜੇ ਕੰਮ ਕਰਨਗੇ ਲੌਂਗ ਟਰਮ ਕੇਅਰ ਫੈਸਿਲਿਟੀਜ਼ ਵਿੱਚ ਅਤੇ ਸਾਡੇ ਹਸਪਤਾਲਾਂ ਦੇ ਵਿੱਚ ਮੋਰ ਨਰਸ ਟ੍ਰੇਨਿੰਗ ਮੋਰ ਟ੍ਰੇਨਿੰਗ ਆਫ ਸਟੂਡੈਂਟਸ ਟੂ ਗੋ ਇਨ ਟੂ ਦ ਟ੍ਰੇਡਸ ਅਤੇ ਨਾਲੇ ਜਦੋਂ ਅਫੋਰਡੇਬਲ ਹਾਊਸਿੰਗ ਦੀ ਗੱਲ ਆ ਜਾਂਦੀ ਹੈ ਰੋਟੀ ਕੱਪੜੇ ਮਕਾਨ ਦੀ ਗੱਲ ਆ ਜਾਂਦੀ ਹੈ ਸਦਾ ਹੀ ਦੇਖੋ ਜਿਹੜੀ ਰੋਟੀ ਹੁੰਦੀ ਆ ਮਿਨੀਮਮ ਵੇਜ ਅਸੀਂ ਰੇਜ਼ ਕਰ ਦਿੱਤੀ ਆ ਗਾਂ ਚਾਲੂ ਰੱਖਣੀ ਆ ਪਰ ਜਿਸ ਤਰ੍ਹਾਂ ਵੀ ਆਪੋਜੀਸ਼ਨ ਕਹਿੰਦਾ ਆ ਵੀ ਮਿਨੀਮਮ ਵੇਜ ਥੋੜ੍ਹੀ ਜ਼ਿਆਦਾ ਹੀ ਹੋ ਗਈ ਆ ਵੀ ਗਾਂ ਸੋਚਾਂਗੇ ਜਦੋਂ ਅਸੀਂ ਦੇਖੀ ਦੱਸਗਾ ਵੀ ਫਿਰ ਅਫੋਰਡੇਬਿਲਿਟੀ ਇਸ਼ੂ ਘਰਾਂ ਦੀ ਗੱਲ ਮੋਹਰੇ ਆ ਜਾਂਦੀ ਆ ਜਦੋਂ ਲਿਬਰਲ ਦੀ ਸਰਕਾਰ ਸੀਗੀ 1 ਸਾਲ ਦੇ ਵਿੱਚ 2 ਸਾਲਾਂ ਦੇ ਵਿੱਚ 40 to 50% ਪ੍ਰਾਈਸਿਸ ਇਨਕਰੀਜ਼ ਹੋ ਗਈਆਂ ਸੀਗੀਆਂ ਪਿਛਲੇ 3 ਸਾਲਾਂ ਦੇ ਵਿੱਚ ਸਿਰਫ 3% ਵਧੀਆਂ ਆ ਇਸ ਕਰਕੇ ਜਿਹੜਾ ਸਾਡਾ ਪਲਾਨ ਸੀਗਾ ਟੂ ਟੈਕਲ ਮਨੀ ਲਾਂਡਰਿੰਗ ਟੂ ਮੇਕ ਮੋਰ ਹਾਊਸਿੰਗ ਅਫੋਰਡੇਬਲ ਹਾਊਸਿੰਗ ਟੂ ਮੇਕ ਮੋਰ ਲੋ ਇਨਕਮ ਹਾਊਸਿੰਗ ਅਸਿਸਟਿਡ ਹਾਊਸਿੰਗ ਉਹ ਸਾਰੇ ਕੰਮ ਹੋ ਰਹੇ ਆ ਪਰ ਕੋਵਿਡ ਨੇ ਸਾਨੂੰ ਇੱਕ ਗੱਲ ਜ਼ਰੂਰ ਸਿਖਾ ਦਿੱਤੀ ਆ ਵੀ ਜੇ ਸਿਰਫ ਤੁਸੀਂ ਅਮੀਰ ਲੋਕਾਂ ਦਾ ਸੋਚੋਗੇ ਜਿਹੜੇ ਟੌਪ 2% ਆ ਉਹਨਾਂ ਵਿੱਚ ਸਾਡੀ ਕਮਿਊਨਿਟੀ ਦੇ ਲੋਕ ਬਹੁਤ ਘੱਟ ਆਉਂਦੇ ਆ ਜੇ ਸਿਰਫ ਉਹਨਾਂ ਦਾ ਸੋਚੋਗੇ ਫਿਰ ਅਸੀਂ ਗਾਂ ਸੁਧਾਰ ਨਹੀਂ ਲੈ ਕੇ ਆ ਸਕਦੇ ਅਸੀਂ ਦੇਖੋ ਵਾਲੀ ਦੇ ਵਿੱਚ ਸਰੀ ਦੇ ਵਿੱਚ ਜਿਹੜੀ ਟੈਂਟ ਸਿਟੀ ਸੀਗੀ ਉਹ ਵੀ ਚੁਕਾ ਦਿੱਤੀ ਉਹ ਜਿਹੜੇ ਬਾਹਰ ਸੌਂਦੇ ਹੁੰਦੇ ਸੀ ਡਰੱਗ ਐਡਿਕਸ਼ਨਸ ਇਸ਼ੂਜ਼ ਹੁੰਦੇ ਸੀ ਮੈਂਟਲ ਹੈਲਥ ਇਸ਼ੂਜ਼ ਉਹਨਾਂ ਨੂੰ ਹੁਣ ਪੂਰੀ ਕਾਉਂਸਲਿੰਗ ਸਪੋਰਟ ਸਿਸਟਮ ਮਿਲ ਰਹੀ ਆ ਅਸਿਸਟਿਡ ਲਿਵਿੰਗ ਦੇ ਵਿੱਚ ਅਤੇ ਨਾਲੇ ਅਸੀਂ ਗਾਂ ਜਿਹੜੇ ਘਰ ਵੀ ਹੁਣ ਬਣਦੇ ਆ ਸਾਨੂੰ ਪਤਾ ਵੀ ਪ੍ਰਾਈਸਿਸ ਨੂੰ ਰੀਜ਼ਨੇਬਲ ਰੱਖਣਾ ਬਹੁਤ ਹੀ ਸਖਤ ਜ਼ਰੂਰਤ ਹੈਗੀ ਆ ਸਪਲਾਈ ਡਿਮਾਂਡ ਦੇ ਨਾਲ 9 ਬਿਲੀਅਨ ਡਾਲਰ ਟਾਰਗੇਟ ਕੀਤਾ ਗਿਆ ਸੀਗਾ ਫॉर ਹਾਊਸਿੰਗ ਅਤੇ ਉਹ ਅਸੀਂ ਗਾਂ ਕੰਮ ਚਾਲੂ ਰੱਖਣਾ ਹੈ ਕਰਕੇ ਜਿੱਦਾਂ ਮੈਂ ਕਹਿੰਦੀ ਹੁੰਦੀ ਹਾਂ ਇੰਨਾ ਕੁਛ ਹੋ ਗਿਆ ਹਾਲੇ ਇੰਨਾ ਕੁਛ ਕਰਨ ਵਾਲਾ ਹੈਗਾ ਆ ਚਲੋ ਤੇ 1 ਦਿਨ ਰਹਿ ਗਿਆ ਹੈਗਾ ਆ ਸੋ ਉਸ ਤੋਂ ਬਾਅਦ ਸਾਨੂੰ ਹਜੇ ਵੋਟ ਦੇ ਲਈ ਜਿਹੜਾ ਰਿਜ਼ਲਟ ਹੈਗਾ ਉਹਦੇ ਲਈ ਵੇਟ ਕਰਨੀ ਪੈਣੀ ਹੈਗੀ ਆ ਪਰ ਫਿਰ ਵੀ ਅਸੀਂ ਉਡੀਕ ਕਰਾਂਗੇ ਕਿ ਕੀ ਰਿਜ਼ਲਟ ਆਉਂਦਾ ਤਦ ਤੱਕ ਦੇ ਲਈ ਤੁਹਾਨੂੰ ਗੁੱਡ ਲੱਕ ਥੈਂਕ ਯੂ ਜੀ ਇੱਕੋ ਹੀ ਗੱਲ ਆ ਹੁਣ ਸਾਰਿਆਂ ਨੂੰ ਵੀ ਇਸ ਵੋਟ ਲਈ ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਦਿੱਤੀਆਂ ਆ ਡੈਮੋਕ੍ਰੈਟਿਕ ਇਨਸਟਰਕਚਰਸ ਲਈ ਉਹਨਾਂ ਨੇ ਆਪਣੀਆਂ ਜਾਨਾਂ ਵੀ ਗਵਾਈਆਂ ਆ ਵੀ ਡੈਮੋਕ੍ਰੇਸੀ ਵਿੱਚ ਰਹੀਏ ਅਸੀਂ ਵੀ ਕਈ ਮੁਲਕ ਛੱਡ ਕੇ ਇੱਥੇ ਕੈਨੇਡਾ ਵਿੱਚ ਰਹਿਣ ਨੂੰ ਆਏ ਹਾਂ ਮੈਂ ਸਾਰਿਆਂ ਦੇ ਮੂਹਰੇ ਇੱਕੋ ਹੀ ਬੇਨਤੀ ਕਰੂੰਗੀ ਆਪਣੀ ਵੋਟ ਦਾ ਇਸਤੇਮਾਲ ਕਰੋ ਆਪਣੀ ਵੋਟ ਪਰਖ ਕੇ ਪਾਵੋ ਆਪਣੀ ਵੋਟ ਕਿਸੇ ਦੇ ਹੱਥ ਵਿੱਚ ਨਾ ਦੇਵੋ ਕਿਉਂਕਿ ਇਹ ਹੱਕ ਵੀ ਤੁਹਾਡਾ ਆ ਇਹ ਜ਼ਿੰਮੇਵਾਰੀ ਵੀ ਤੁਹਾਡੀ ਆ ਜੇ ਤੁਹਾਡੇ ਕੋਲ ਮੇਲ ਇਨ ਬੈਲਟ ਆਈ ਆ ਉਹਨੂੰ ਹੁਣ ਮੇਲ ਨਾ ਕਰਿਓ ਪਲੀਜ਼ ਕਰਕੇ ਉੱਥੇ ਪਹੁੰਚਣੀ ਨਹੀਂ ਉਹ ਜਿਸ ਦਿਨ ਵੋਟਿੰਗ ਡੇ ਆ ਜਾਂ ਅੱਜ ਸ਼ਾਮ ਤੋਂ 8 ਵਜੇ ਤੱਕ ਜਾਂ 24 ਤਰੀਕ ਨੂੰ 8 ਤੋਂ 8 ਵਜੇ ਤੱਕ ਤੁਸੀਂ ਬੈਲਟ ਜਿੱਥੇ ਪੈਂਦੀਆਂ ਆ ਉੱਥੇ ਜਾ ਕੇ ਆਪਣੀ ਵੋਟ ਡਾਲ ਸਕਦੇ ਆ ਅਤੇ ਜਾਂ ਤੁਸੀਂ ਜਿਹੜਾ ਡਿਸਟ੍ਰਿਕਟ ਰਿਟਰਨਿੰਗ ਆਫਿਸਰ ਆ ਉੱਥੇ ਆਪਣੀ ਜਾ ਕੇ ਵੋਟ ਡਾਲ ਸਕਦੇ ਆ ਵੋਟ ਹੁਣ ਮੇਲ ਦੇ ਵਿੱਚ ਨਾ ਪਾਇਓ ਕਿਉਂਕਿ ਉਹ ਵੋਟ ਫਿਰ ਵੇਸਟ ਜਾਣੀ ਆ ਕਰਕੇ ਪਹੁੰਚਣੀ ਹੈ ਨਹੀਂ ਗੀ ਟਾਈਮ ਸਿਰ ਸੋ ਪਰਖ ਕੇ ਆਪਣੀ ਵੋਟ ਪਾਵੋ ਮੈਂ ਪੂਰੀ ਉਮੀਦ ਰੱਖਦੀ ਹਾਂ ਵੀ ਤੁਸੀਂ ਜਿਨੀ ਸਿਮਸ ਨੂੰ ਹੀ ਵੋਟ ਪਾਵੋਗੇ ਪਰ ਇਹ ਤੁਹਾਡਾ ਹੱਕ ਆ ਸੀਕ੍ਰੇਟ ਬੈਲਟ ਆ ਵੋਟ ਪਾਓ ਥੈਂਕ ਯੂ
ਜਿਵੇਂ ਤੁਹਾਨੂੰ ਪਤਾ ਕਿ ਅੱਜ ਅਸੀਂ ਪਹੁੰਚੇ ਹੋਏ ਹਾਂ ਜਿਨੀ ਸਿਮਸ ਦੇ ਕੈਂਪੇਨ ਆਫਿਸ ਦੇ ਵਿੱਚ, ਜਿੱਥੇ ਕਿ ਕਾਲ ਕੀਤੀਆਂ ਜਾ ਰਹੀਆਂ ਨੇ ਵੋਟਰਸ ਨੂੰ ਕਿ ਵੋਟ ਪਾਈ ਜਾਵੇ। ਜਿਨੀ ਤੁਹਾਨੂੰ ਪਤਾ ਕਿ ਬਹੁਤ ਥੋੜਾ ਟਾਈਮ ਰਹਿ ਗਿਆ ਹੈਗਾ, ਇੱਕੋ ਦਿਨ ਹੀ ਆ ਹੁਣ ਤਾਂ ਕਹਿ ਸਕਦੇ ਹਾਂ, ਜਿਸ ਦਿਨ ਫਾਈਨਲ ਡੇ ਲੋਕਾਂ ਨੇ ਵੋਟ ਪਾਉਣੀ ਹੈਗੀ ਆ। ਤੁਹਾਡੇ ਵੱਲੋਂ ਫਾਈਨਲ ਨੌਕ ਕੀ ਹੈ, ਕੀ ਅਪੀਲ ਹੈਗੀ ਆ ਵੋਟ ਅਪੀਲ ਵੋਟਰਸ ਨੂੰ? ਮੇਰੀ ਬੇਨਤੀ ਇੱਕੋ ਹੀ ਆ ਵੋਟਰਸ ਦੇ ਮੋਹਰੇ ਵੀ ਅੱਜ ਸ਼ਾਮ ਦੇ 8 ਵਜੇ ਤੱਕ ਵੋਟਾਂ ਪੈਣੀਆਂ ਆ, ਤੇ ਫਿਰ 24 ਤਰੀਕ ਨੂੰ ਸਵੇਰ ਤੋਂ 8 ਤੇ ਸ਼ਾਮ ਦੇ 8 ਵਜੇ ਤੱਕ ਆਪਣੀ ਵੋਟ ਜੇ ਤੁਸੀਂ ਨਹੀਂ ਪਾਈ ਜਾ ਕੇ ਜ਼ਰੂਰ ਪਾਇਓ। ਤੇ ਜੇ ਤੁਹਾਡੇ ਕੋਲ ਮੇਲ ਇਨ ਬੈਲਟ ਹੈਗੀ ਆ, ਤੁਸੀਂ ਹਾਲੇ ਮੇਲ ਨਹੀਂ ਕੀਤੀ, ਪਲੀਜ਼ ਮੇਲ ਨਾ ਕਰਿਓ, ਕਿਉਂਕਿ ਉਹ ਵੋਟ ਉੱਥੇ ਪਹੁੰਚਣੀ ਨਹੀਂ। ਤੁਸੀਂ ਆਪਣਾ ਵੋਟਿੰਗ ਕਾਰਡ ਲੈ ਕੇ ਪੋਲਿੰਗ ਸਟੇਸ਼ਨ ਜਾ ਕੇ ਵੋਟ ਪਾ ਸਕਦੇ ਆ, ਜਾਂ ਜਿਹੜੀ ਤੁਹਾਡੇ ਕੋਲ ਮੇਲ ਇਨ ਬੈਲਟ ਆ ਉਹ ਉੱਥੇ ਜਾ ਕੇ ਡਾਲ ਸਕਦੇ ਆ। ਇਹ ਦੋ ਕੰਮ ਤੁਸੀਂ ਜ਼ਰੂਰ ਕਰਨਾ। ਸਾਡੀ ਵੋਟ ਲਈ ਸਾਡੇ ਬਜ਼ੁਰਗਾਂ ਨੇ, ਸਾਡੇ ਆਉਣ ਵਾਲੇ ਪਹਿਲਾਂ ਜਿਹੜੇ ਲੋਕ ਸੀਗੇ, ਬਹੁਤ ਕੁਰਬਾਨੀਆਂ ਦਿੱਤੀਆਂ ਆ, ਜਾਨਾਂ ਵੀ ਗਵਾਈਆਂ ਆ। ਇਸ ਕਰਕੇ ਆਪਣੀ ਵੋਟ ਪਰਖ ਕੇ ਤੇ ਪੂਰੀ ਜ਼ਿੰਮੇਵਾਰੀ ਨਾਲ ਪਾਵੋ। ਇਹ ਸਾਡਾ ਫਰਜ਼ ਵੀ ਬਣਦਾ ਆ ਤੇ ਇਹ ਸਾਡਾ ਹੱਕ ਵੀ ਹੈਗਾ ਆ। ਆਓ ਆਪਾਂ ਰਲ ਮਿਲ ਕੇ ਵੋਟ ਪਾਈਏ ਤੇ ਨਵੀਂ ਸਰਕਾਰ ਚੁਣੀਏ। ਇਹ ਵਕਤ ਹੈਗਾ ਆ ਵੀ ਸਾਨੂੰ ਕਿਸ ਤਰ੍ਹਾਂ ਦੀ ਸਰਕਾਰ ਚਾਹੀਦੀ ਆ, ਕਿਸ ਤਰ੍ਹਾਂ ਦੀ ਆਵਾਜ਼ ਸਾਨੂੰ ਸਰੀ ਪਾਨੋਰਾਮਾ ਵਿੱਚ ਚਾਹੀਦੀ ਆ। ਮੈਂ ਪੂਰੀ ਉਮੀਦ ਰੱਖਦੀ ਹਾਂ ਵੀ ਤੁਸੀਂ ਜਿਨੀ ਸਿਮਸ ਨੂੰ ਫਿਰ ਵੋਟ ਪਾ ਕੇ ਆਪਣੀ ਆਵਾਜ਼ ਬਣਾ ਕੇ ਵਿਕਟੋਰੀਆ ਭੇਜੂਗੇ। ਵੋਟ ਪਾਵੋ। ਥੈਂਕ ਯੂ ਸੋ ਮਚ ਜਿਨੀ ਐਂਡ ਗੁੱਡ ਲੱਕ ਵਾਂਸ ਅਗੇਨ। ਥੈਂਕ ਯੂ। ਬਿਲਕੁਲ, ਜਿੱਦਾਂ ਜਿਨੀ ਨੇ ਕਿਹਾ ਕਿ ਵੋਟ ਜ਼ਰੂਰ ਪਾਓ, ਤਾਂ ਵੋਟ ਸਾਨੂੰ ਜ਼ਰੂਰ ਪਾਉਣੀ ਚਾਹੀਦੀ ਹੈ। ਤੁਹਾਡੇ ਤੱਕ ਅਸੀਂ ਇਨਫੋਰਮੇਸ਼ਨ ਇਸ ਤਰ੍ਹਾਂ ਹੀ ਪਹੁੰਚਾਉਂਦੇ ਰਹਾਂਗੇ। ਦੇਖਦੇ ਰਹੋ ਸਾਂਝਾ TV। ਧੰਨਵਾਦ।